ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲੈ ਕੇ ਹਾਜ਼ਰ ਹੋਈ ਹਾਂ ਪ੍ਰੇਮ ਬੰਦਨੀ। ਪ੍ਰੇਮ ਬੰਦਨੀ ਦੇ 4 ਭਾਗ ਤੁਸੀਂ ਸੁਣ ਚੁੱਕੇ ਹੋ। ਜਿਨ੍ਹਾਂ ਨੇ ਕਹਾਣੀ ਨੂੰ ਹੁਣ ਤੱਕ ਨਹੀਂ ਸੁਣਿਆ ਉਹ ਪਲੇਲਿਸਟ ਵਿੱਚ ਜਾ ਕੇ ਸੁਣ ਸਕਦੇ ਨੇ। ਹੁਣ ਮੈਂ ਇਸ ਦਾ ਭਾਗ 5 ਲੈ ਕੇ ਹਾਜ਼ਰ ਹੋਈ ਹਾਂ। ਪਿਛਲੇ ਭਾਗ ਵਿੱਚ ਤੁਸੀਂ ਸੁਣ ਰਹੇ ਸੀ ਪ੍ਰੇਮ ਆਪਣੀ ਗੱਡੀ ਦੇ ਅੱਗੇ ਆਣੀਆਂ ਨੂੰ ਹਾਰਨ ਦੇ ਰਿਹਾ ਹੈ ਕਿ ਉਹ ਸਾਈਡ 'ਤੇ ਹੋ ਜਾਵੇ ਅਤੇ ਨਾਲ ਹੀ ਬਦਲਦੇ ਹੋਏ ਮੌਸਮ ਵੱਲ ਵੇਖ ਰਿਹਾ ਹੈ। ਹੁਣ ਉਸ ਤੋਂ ਅੱਗੇ ਪ੍ਰੇਮ ਨੇ ਬੱਦਲਾਂ ਦੀ ਤੇਜ਼ ਹੋ ਰਹੀ ਆਵਾਜ਼ ਸੁਣੀ, ਫਿਰ ਆਪਣੀ ਗੱਡੀ ਵੱਲ ਵੇਖਿਆ। ਗੱਡੀ ਦਾ ਅਗਲਾ ਭਾਗ ਗਾਰਡਨੀਆਂ ਫੁੱਲਾਂ ਨਾਲ ਭਰ ਗਿਆ। ਪ੍ਰੇਮ ਇੱਕੋ ਦਮ ਚੀਕਿਆ, "ਓ ਸ਼ਿਟ!" ਉਸਨੇ ਆਣੀਆਂ ਵੱਲ ਵੇਖਿਆ, ਫਿਰ ਭੱਜ ਕੇ ਗੱਡੀ ਵੱਲ ਗਿਆ। ਪ੍ਰੇਮ ਹੈਰਾਨ ਹੋ ਕੇ ਇਹ ਇੰਨੇ ਫੁੱਲ ਕਿੱਥੋਂ ਆਏ ਤੇ ਇੱਧਰ ਉੱਧਰ ਵੇਖਣ ਲੱਗਾ। ਬੱਦਲ ਆਪਣੀ ਤੇਜ਼ ਆਵਾਜ਼ ਨਾਲ ਫਿਰ ਤੋਂ ਗਰਜੇ। ਪ੍ਰੇਮ ਜਲਦੀ ਜਲਦੀ ਗੱਡੀ ਉੱਤੋਂ ਫੁੱਲ ਝਾੜਨ ਲੱਗਾ। ਆਣੀਆਂ ਉਸੇ ਤਰ੍ਹਾਂ ਖੜੀ ਉਸ ਨੂੰ ਵੇਖਦੀ ਰਹੀ। ਗੱਡੀ ਤੋਂ ਫੁੱਲ ਝਾੜਨ ਤੋਂ ਬਾਅਦ ਪ੍ਰੇਮ ਨੇ ਪਿੱਛੇ ਮੁੜ ਕੇ ਵੇਖਿਆ। ਆਣੀਆਂ ਉੱਥੋਂ ਚਲੀ ਜਾਂਦੀ ਹੈ। ਪ੍ਰੇਮ ਨੇ ਹੈਰਾਨ ਹੋ ਕੇ ਇੱਧਰ ਉੱਧਰ ਵੇਖਿਆ, ਫਿਰ ਉੱਪਰ ਵੇਖਿਆ। ਹਲਕੀ ਹਲਕੀ ਬਾਰਿਸ਼ ਸ਼ੁਰੂ ਹੋ ਗਈ। ਪ੍ਰੇਮ ਉੱਥੇ ਖੜਾ ਆਣੀਆਂ ਬਾਰੇ ਸੋਚਣ ਲੱਗ ਜਾਂਦਾ ਹੈ ਤੇ ਕਦੇ ਗੱਡੀ ਵੱਲ ਵੇਖਣ ਲੱਗ ਜਾਂਦਾ ਹੈ। ਰਾਤ ਦਾ ਸਮਾਂ। ਪ੍ਰੇਮ ਘਰ ਆਉਂਦਾ ਹੈ ਤੇ ਕੁਰਸੀ 'ਤੇ ਬੈਠ ਜਾਂਦਾ ਹੈ। ਨੌਕਰ ਉਸਦੇ ਸਿਰ 'ਤੇ ਗਿੱਲੇ ਵਾਲਾਂ ਨੂੰ ਸਾਫ਼ ਕਰ ਰਿਹਾ ਹੈ। ਪ੍ਰੇਮ ਦੀਆਂ ਅੱਖਾਂ ਬੰਦ ਹਨ ਤੇ ਆਣੀਆਂ ਬਾਰੇ ਸੋਚ ਰਿਹਾ ਹੈ। ਨਿਰਮਲਾ ਕੋਲ ਆ ਕੇ, "ਪ੍ਰੇਮ ਬੇਟੇ, ਤੂੰ ਗਿੱਲਾ ਕਿਵੇਂ ਹੋ ਗਿਆ? ਗੱਡੀ 'ਚ ਤਾਂ ਸੀ?" ਪ੍ਰੇਮ ਦੀਆਂ ਅੱਖਾਂ ਅੱਗੇ ਆਣੀਆਂ ਘੁੰਮੀ ਜਾ ਰਹੀ ਹੈ। ਨਿਰਮਲਾ ਮੋਢੇ ਤੋਂ ਹਿਲਾ ਕੇ, ਪ੍ਰੇਮ ਅੱਖਾਂ ਖੋਲ੍ਹਦਾ ਹੈ ਤੇ ਨੌਕਰ ਨੂੰ ਉੱਥੋਂ ਜਾਣ ਲਈ ਹੱਥ ਦਾ ਇਸ਼ਾਰਾ ਕਰਦਾ ਹੈ। ਉਹ ਚਲਾ ਜਾਂਦਾ ਹੈ। ਨਿਰਮਲਾ ਕੋਲ ਬੈਠ ਜਾਂਦੀ ਹੈ। ਨਿਰਮਲਾ, "ਪ੍ਰੇਮ, ਤੂੰ ਗੱਡੀ 'ਚ ਵੀ ਗਿੱਲਾ ਹੋ ਗਿਆ, ਕਿੱਥੇ ਗਿਆ ਸੀ?" ਮੁਸਕਰਾਉਂਦੀ ਹੈ। ਪ੍ਰੇਮ ਮੁਸਕਰਾ ਕੇ, "ਓ ਪਲੀਜ਼ ਮੋਮ, ਇੱਦਾਂ ਦਾ ਕੁਝ ਨਹੀਂ ਜਿਵੇਂ ਤੁਸੀਂ ਸੋਚ ਰਹੇ ਹੋ।" ਵਾਲਾਂ 'ਚ ਹੱਥ ਫੇਰਦਾ ਹੈ। ਨਿਰਮਲਾ, "ਫਿਰ ਇਹ ਹਾਲਤ?" ਪ੍ਰੇਮ, "ਉਹ ਕੁਝ ਨਹੀਂ ਮੋਮ, ਅੱਜ ਰੋਡ 'ਤੇ ਇੱਕ ਕੁੜੀ ਸੜਕ ਦੇ ਵਿਚਕਾਰ ਤੁਰੀ ਜਾ ਰਹੀ ਸੀ। ਇੰਨੇ ਹਾਰਨ ਮਾਰੇ, ਸੁਣੇ ਹੀ ਨਹੀਂ। ਫਿਰ ਮੈਨੂੰ ਗੱਡੀ 'ਚੋਂ ਉਤਰ ਕੇ ਉਹਨੂੰ ਪਾਸੇ ਕਰਨਾ ਪਿਆ।" ਫਿਰ ਕੁਝ ਸੋਚਣ ਲੱਗ ਜਾਂਦਾ ਹੈ। ਨਿਰਮਲਾ, "ਕੀ ਹੋਇਆ ਪ੍ਰੇਮ?" ਪ੍ਰੇਮ ਨਾਂ 'ਚ ਸਿਰ ਹਿਲਾ ਕੇ ਟਾਲਦਾ ਹੋਇਆ ਆਪਣੇ ਕਮਰੇ ਵੱਲ ਚਲਾ ਜਾਂਦਾ ਹੈ। ਨਿਰਮਲਾ ਉਸ ਨੂੰ ਹੈਰਾਨੀ ਨਾਲ ਵੇਖਦੀ ਰਹਿੰਦੀ ਹੈ। ਗੋਵਰਧਨ ਤੇ ਨੰਦਨੀ ਸੋ ਚੁੱਕੇ ਹਨ, ਪਰ ਆਣੀਆਂ ਪ੍ਰੇਮ ਬਾਰੇ ਸੋਚ ਰਹੀ ਹੈ। ਆਣੀਆਂ, "ਉਹ ਕੌਣ ਸੀ? ਜਦੋਂ ਵੇਖਿਆ ਐਂ ਲੱਗਾ ਜਿਵੇਂ ਮੈਂ ਉਹਨੂੰ ਜਾਣਦੀ ਹਾਂ, ਜਿਵੇਂ ਰੋਜ਼ ਮਿਲਦੀ ਹਾਂ।" ਸੋਚਦੀ ਸੋਚਦੀ ਅੱਖਾਂ ਬੰਦ ਕਰ ਲੈਂਦੀ ਹੈ। ਅੱਖਾਂ ਬੰਦ ਕਰਦੇ ਹੀ ਉਸ ਦੀਆਂ ਅੱਖਾਂ ਸਾਹਮਣੇ ਇੱਕ ਮੁਸਕਰਾਉਂਦਾ ਹੋਇਆ ਅਣਜਾਣ ਚਿਹਰਾ ਆਉਂਦਾ ਹੈ ਜੋ ਉਸ ਨੂੰ ਸਾਫ਼ ਨਹੀਂ ਦਿਸਦਾ। ਅਣਜਾਣ ਚਿਹਰਾ ਮੁਸਕਰਾ ਕੇ, "ਉਹ ਮੈਂ ਆ ਜੋਇਆ।" ਆਣੀਆਂ ਇੱਕੋ ਦਮ ਡਰ ਕੇ ਉੱਠ ਜਾਂਦੀ ਹੈ। ਨੰਦਨੀ ਮੋਢੇ 'ਤੇ ਹੱਥ ਰੱਖਦੀ ਹੈ। ਲਾਡੋ। ਗੋਵਰਧਨ ਵੀ ਉੱਠ ਜਾਂਦਾ ਹੈ। ਗੋਵਰਧਨ, "ਕੀ ਹੋਇਆ ਆਣੀਆਂ?" ਨੰਦਨੀ ਆਣੀਆਂ ਦੇ ਮੱਥੇ ਤੋਂ ਪਸੀਨਾ ਪੂੰਝਦੀ ਹੈ ਤੇ ਆਣੀਆਂ ਨਾਂ 'ਚ ਸਿਰ ਹਿਲਾ ਕੇ ਦੁਬਾਰਾ ਲੇਟ ਜਾਂਦੀ ਹੈ। ਗੋਵਰਧਨ ਤੇ ਨੰਦਨੀ ਇੱਕ ਦੂਜੇ ਵੱਲ ਵੇਖਣ ਲੱਗ ਜਾਂਦੇ ਹਨ। ਪ੍ਰੇਮ ਕਮਰੇ 'ਚ ਹੈ। ਪ੍ਰੇਮ ਸੋਚਦਾ ਹੋਇਆ, ਕਿੰਨੀ ਬਦਸੂਰਤ ਸੀ, ਮੈਲੀ ਕੁਚੈਲੀ, ਨਾ ਰੰਗ ਨਾ ਰੂਪ। ਫਿਰ ਆਪਣੇ ਆਪ ਨੂੰ, "ਤੂੰ ਪ੍ਰੇਮ ਪਾਗਲ ਆ?" ਐਵੇਂ ਉਹਦੇ ਕੋਲ ਇੰਨਾ ਟਾਈਮ ਰੁਕਿਆ। ਵਾਰ-ਵਾਰ ਸਿਰ ਖੁਰਕੀ ਜਾਂਦੀ ਸੀ। ਅੱਖਾਂ ਬੰਦ ਕਰ ਲੈਂਦਾ ਹੈ। ਫਿਰ ਤੋਂ ਬੱਦਲਾਂ ਦੀ ਗਿੜਗੜਾਹਟ ਤੇ ਬਦਲਦੇ ਮੌਸਮ ਵੱਲ ਧਿਆਨ ਜਾਂਦਾ ਹੈ। ਪ੍ਰੇਮ ਕਿੰਨੀ ਅਜੀਬ ਸੀ ਤੇ ਉਹਦੀਆਂ ਅੱਖਾਂ 'ਚ ਇੱਦਾਂ ਦੀ ਕਸ਼ਿਸ਼ ਸੀ ਕਿ ਲੱਗਦਾ ਸੀ ਕਿ ਕੁਝ ਖਾਸ ਹੈ ਉਹਦੀਆਂ ਅੱਖਾਂ 'ਚ। ਪਰ ਕੀ ਸੀ, ਕਿਵੇਂ ਸੀ, ਪਤਾ ਨਹੀਂ। ਤਿੱਖੀ ਧੁੱਪ 'ਚ ਅਚਾਨਕ ਕਾਲੇ ਬੱਦਲ ਤੇ ਬਾਰਿਸ਼ ਦੀ ਕਿਨ-ਮਿਨ ਉਸ ਤੋਂ ਵੀ ਜ਼ਿਆਦਾ ਅਜੀਬ ਸੀ। ਇੰਨੇ ਸਾਰੇ ਫੁੱਲਾਂ ਦਾ ਅਚਾਨਕ ਉੱਥੇ ਹੋਣਾ। ਓ ਗੋਡ! ਉਹ ਕੁੜੀ ਕਿਸੇ ਜਾਦੂਗਰ ਤੋਂ ਘੱਟ ਨਹੀਂ ਸੀ। ਸੌਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਤੋਂ ਥੋੜ੍ਹਾ ਪਰੇਸ਼ਾਨ ਹੋ ਕੇ ਪਾਸਾ ਲੈਂਦਾ ਹੈ। ਪ੍ਰੇਮ ਫਿਰ ਤੋਂ ਸੋਚ ਕੇ,
ਉਹਦੀਆਂ ਅੱਖਾਂ ਐਂ ਲੱਗਦਾ ਸੀ ਜਿਵੇਂ ਮੇਰੀਆਂ ਹੀ ਅੱਖਾਂ। ਉਹਦੀਆਂ ਅੱਖਾਂ 'ਚ ਮੈਂ ਹੀ ਹਾਂ। ਸੋਚਦਾ ਸੋਚਦਾ ਸੌਂ ਜਾਂਦਾ ਹੈ। ਅਗਲੀ ਸਵੇਰ ਆਣੀਆਂ ਤੇ ਮਾਨਵੀ ਨਦੀ ਕਿਨਾਰੇ ਖੜੀਆਂ ਹਨ। ਆਣੀਆਂ, ਮਾਨਵੀ ਤੂੰ ਬਹੁਤ ਗੰਦੀ ਆ, ਤੂੰ ਮੈਨੂੰ ਕੱਲ੍ਹ ਉੱਥੇ ਕੱਲ੍ਹ ਨੂੰ ਛੱਡ ਆਈ। ਮਾਨਵੀ ਹੱਸਦੀ ਹੈ, ਭੁੱਖ ਬਹੁਤ ਲੱਗੀ ਸੀ ਆਣੀਆਂ, ਮੇਰੇ ਪੇਟ ਚੂਹੇ ਨੱਚੀ ਜਾਂਦੇ ਸੀ, ਮੈਂ ਕੀ ਕਰਦੀ। ਫਿਰ ਹੱਸਣ ਲੱਗਦੀ ਹੈ ਆਣੀਆਂ ਭੋਲੇਪਣ ਨਾਲ। ਜੇ ਮੈਂ ਗਵਾਚ ਜਾਂਦੀ ਫੇਰ? ਮਾਨਵੀ ਹੱਸਦੀ ਹੈ, ਅਸੀਂ ਕਿਹੜਾ ਬਹੁਤ ਵੱਡੇ ਸ਼ਹਿਰ 'ਚ ਰਹਿੰਦੇ ਹਾਂ, ਨਾਲੇ ਆਪਾਂ ਆਪਣੀਆਂ ਝੁੱਗੀਆਂ ਤੋਂ ਜ਼ਿਆਦਾ ਦੂਰ ਨਹੀਂ ਜਾਂਦੀਆਂ। ਸਾਡੀ ਨੰਦਨੀ ਦੀ ਲਾਡੋ ਫਿਕਰ ਨਾ ਕਰਿਆ ਕਰ, ਉਸੇ ਠੋਡੀ ਹਿਲਾਉਂਦੀ ਹੈ ਆਣੀਆਂ ਮੁਸਕਰਾ ਕੇ। ਅੱਜ ਮੈਨੂੰ ਨਾਲ ਹੀ ਰੱਖੀ, ਅੱਜ ਨਾ ਇਕੱਲੀ ਛੱਡ ਦੇਵੀਂ। ਮਾਨਵੀ ਮਜ਼ਾਕ ਨਾਲ ਹੱਥ ਜੋੜਦੀ ਹੈ, ਜੋ ਆਗਿਆ ਸਾਡੀ ਪ੍ਰੇਮ ਪਿਆਰੀ ਜੀ। ਆਣੀਆਂ ਭੋਲੇਪਣ ਨਾਲ, ਕੌਣ ਪ੍ਰੇਮ? ਮਾਨਵੀ ਮੱਥੇ 'ਤੇ ਹੱਥ ਰੱਖਦੀ ਹੈ, ਓਹੋ ਇਹ ਤਾਂ ਮੈਂ ਐਵੇਂ ਹੀ ਕਹਿ ਦਿੱਤਾ ਸੀ ਨੰਦਨੀ ਲਾਡੋ, ਤੂੰ ਵੀ ਨਾ ਬਸ। ਆਣੀਆਂ ਉਸ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾਉਂਦੀ ਹੈ। ਆਣੀਆਂ ਤੇ ਮਾਨਵੀ ਆਪਣੇ ਮੋਢੇ 'ਚ ਬਗਲੀ ਪਾਈ ਇੱਕ ਪੈਲਸ ਤੋਂ ਥੋੜ੍ਹਾ ਦੂਰ ਆਉਂਦੇ ਜਾਂਦੇ ਲੋਕਾਂ ਨੂੰ ਵੇਖ ਰਹੀਆਂ ਹਨ। ਆਣੀਆਂ ਲੋਕਾਂ ਨੂੰ ਵੇਖ ਕੇ, ਸਾਰੇ ਲੋਕ ਕਿੰਨੇ ਸੋਹਣੇ ਲੱਗਦੇ ਆ ਨਾ, ਨਵੇਂ ਨਵੇਂ ਸੋਹਣੇ ਸੋਹਣੇ ਕੱਪੜੇ ਪਾ ਕੇ। ਫਿਰ ਉਸ ਵੱਲ ਵੇਖ ਕੇ, ਕਈ ਲੋਕਾਂ ਨੂੰ ਰੱਬ ਕਿੰਨੇ ਅਮੀਰ ਤੇ ਸੋਹਣੇ ਬਣਾ ਦਿੰਦਾ ਹੈ ਨਾ। ਮਾਨਵੀ ਇੱਥੇ ਕਿਸੇ ਦਾ ਵਿਆਹ ਆ। ਆਣੀਆਂ ਖੁਸ਼ਬੂ ਸੌਂਘਦੀ ਹੈ, ਹਾਂ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਨਾ, ਆਪਾਂ ਅੰਦਰ ਚੱਲੀਏ। ਮਾਨਵੀ ਨਹੀਂ, ਆਪਾਂ ਗਰੀਬ ਆ ਨਾ, ਇਹਨਾਂ ਨੇ ਆਪਾਂ ਨੂੰ ਅੰਦਰ ਨਹੀਂ ਜਾਣ ਦੇਣਾ। ਦੋਵੇਂ ਉੱਥੇ ਖੜੀਆਂ ਰਹਿੰਦੀਆਂ ਹਨ ਤੇ ਲੋਕਾਂ ਨੂੰ ਵੇਖਦੀਆਂ ਰਹਿੰਦੀਆਂ ਹਨ। ਸਾਹਮਣੇ ਪ੍ਰੇਮ ਦੀ ਗੱਡੀ ਆਉਂਦੀ ਹੈ, ਉਹਨਾਂ ਦੇ ਕੋਲੋਂ ਦੀ ਲੰਘ ਜਾਂਦੀ ਹੈ। ਗੱਡੀ ਪਾਰਕ ਕਰਦਾ ਹੈ ਤੇ ਉਹਨਾਂ ਨੂੰ ਬਿਨਾਂ ਵੇਖੇ ਹੀ ਪੈਲੇਸ ਅੰਦਰ ਚਲਾ ਜਾਂਦਾ ਹੈ। ਪਰ ਆਣੀਆਂ ਉਸ ਨੂੰ ਵੇਖ ਲੈਂਦੀ ਹੈ। ਆਣੀਆਂ ਪ੍ਰੇਮ ਨੂੰ ਵੇਖ ਕੇ, ਮਾਨਵੀ ਆਪਾਂ ਵਾਪਸ ਚੱਲੀਏ ਹੁਣ। ਮਾਨਵੀ ਉਸ ਵੱਲ ਵੇਖ ਕੇ, ਕਿਉਂ, ਕੀ ਹੋਇਆ? ਉਹਨਾਂ ਕੋਲ ਇੱਕ ਨੌਜਵਾਨ ਮੁੰਡਾ ਆਉਂਦਾ ਹੈ। ਮਾਨਵੀ ਤੇ ਆਣੀਆਂ ਉਸ ਵੱਲ ਵੇਖਣ ਲੱਗਦੀਆਂ ਹਨ। ਨੌਜਵਾਨ ਮੁੰਡਾ, ਹੈਲੋ ਬਿਊਟੀਫੁਲ ਗਰਲਸ। ਆਣੀਆਂ ਤੇ ਮਾਨਵੀ ਉਸ ਵੱਲ ਹੈਰਾਨ ਹੋ ਕੇ ਵੇਖਦੀਆਂ ਹਨ। ਨੌਜਵਾਨ ਮੁੰਡਾ ਦੋਵਾਂ ਨੂੰ ਸਿਰ ਤੋਂ ਪੈਰਾਂ ਤੱਕ ਵੇਖ ਕੇ, ਅੰਦਰ ਜਾਣਾ? ਆਣੀਆਂ ਤੇ ਮਾਨਵੀ ਇੱਕ ਦੂਜੀ ਦੇ ਮੂੰਹ ਵੱਲ ਵੇਖਦੀਆਂ ਹਨ। ਨੌਜਵਾਨ ਮੁੰਡਾ ਮੁਸਕਰਾ ਕੇ ਆਣੀਆਂ ਦੀ ਬਾਂਹ ਫੜ ਲੈਂਦਾ ਹੈ। ਨੌਜਵਾਨ ਮੁੰਡਾ, ਆ ਜਾਓ, ਮੈਂ ਲੈ ਕੇ ਜਾਵਾਂ ਤੁਹਾਨੂੰ ਅੰਦਰ। ਆਣੀਆਂ ਬਾਂਹ ਛਡਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਰੋਣ ਲੱਗ ਜਾਂਦੀ ਹੈ। ਰੋਂਦੀ ਹੋਈ ਮਾਨਵੀ ਵੱਲ ਵੇਖਦੀ ਹੈ। ਮਾਨਵੀ ਡਰਦੀ ਹੋਈ, ਜੀ ਅਸੀਂ ਇਹੋ ਜਿਹੀਆਂ ਕੁੜੀਆਂ ਨਹੀਂ। ਨੌਜਵਾਨ ਮੁੰਡਾ ਮੁਸਕਰਾ ਕੇ, ਕਿਹੋ ਜਿਹੀਆਂ? ਆ ਜਾਓ, ਨਾਲੇ ਪੈਸੇ ਦਊਂਗਾ, ਨਾਲੇ ਖਾਣਾ ਦਊਂਗਾ, ਵਧੀਆ ਵਧੀਆ। ਆਣੀਆਂ ਰੋਂਦੀ ਹੋਈ ਬਾਂਹ ਛਡਾਉਣ ਦੀ ਕੋਸ਼ਿਸ਼ ਕਰਦੀ ਹੈ। ਪ੍ਰੇਮ ਬਾਹਰ ਆਉਂਦਾ ਹੈ ਤੇ ਆਪਣੀ ਗੱਡੀ ਵੱਲ ਜਾਂਦਾ ਹੈ। ਫਿਰ ਗੱਡੀ ਲੈ ਕੇ ਕੋਲੋਂ ਦੀ ਲੰਘਣ ਲੱਗਦਾ ਹੈ। ਗੱਡੀ ਦੇ ਸ਼ੀਸ਼ੇ ਵਿੱਚੋਂ ਦੀ ਪਿੱਛੇ ਆਣੀਆਂ ਨੂੰ ਖੜੀ ਵੇਖਦਾ ਹੈ। ਮਾਨਵੀ ਡਰਦੀ ਹੋਈ, ਜੀ ਬਾਂਹ ਛੱਡ ਦਿਓ। ਨੌਜਵਾਨ ਮੁੰਡਾ ਮੁਸਕਰਾ ਕੇ, ਕਿਉਂ ਜੀ? ਆਣੀਆਂ ਨੂੰ ਸਿਰ ਤੋਂ ਪੈਰਾਂ ਤੱਕ ਵੇਖਦਾ ਹੈ। ਪ੍ਰੇਮ ਆਪਣੀ ਗੱਡੀ 'ਚੋਂ ਉਤਰ ਕੇ ਉਹਨਾਂ ਵੱਲ ਆ ਜਾਂਦਾ ਹੈ। ਪ੍ਰੇਮ ਕੋਲ ਆ ਕੇ, ਹਾਂ ਅਨਿਲ, ਕੀ ਹੋ ਗਿਆ? ਅਨਿਲ ਜਲਦੀ ਨਾਲ ਆਣੀਆਂ ਦੀ ਬਾਂਹ ਛੱਡ ਦਿੰਦਾ ਹੈ। ਆਣੀਆਂ ਆਪਣੇ ਹੰਝੂ ਪੂੰਝਣ ਲੱਗ ਜਾਂਦੀ ਹੈ। ਪ੍ਰੇਮ ਆਣੀਆਂ ਵੱਲ ਵੇਖਦਾ ਹੈ। ਅਨਿਲ ਟਾਲਦਾ ਹੈ, ਉਹ ਕੁਛ ਨਹੀਂ ਯਾਰ, ਮੈਂ ਤਾਂ ਬਸ ਐਵੇਂ ਹੀ। ਆਣੀਆਂ ਪ੍ਰੇਮ ਵੱਲ ਵੇਖਦੀ ਹੈ। ਪ੍ਰੇਮ ਉਸ ਦੀਆਂ ਅੱਖਾਂ 'ਚ ਵੇਖਣ ਲੱਗ ਜਾਂਦਾ ਹੈ। ਦੋਵੇਂ ਇੱਕ ਦੂਜੇ ਨੂੰ ਵੇਖਦੇ ਰਹਿੰਦੇ ਹਨ। ਮਾਨਵੀ ਆਣੀਆਂ ਦਾ ਹੱਥ ਫੜ ਕੇ, ਚੱਲ ਹੁਣ ਆਪਾਂ ਤਾਂ ਜਾਣ ਦੀ ਰੱਟ ਲਾਈ ਸੀ। ਆਣੀਆਂ ਤੇ ਪ੍ਰੇਮ ਇੱਕ ਦੂਜੇ ਨੂੰ ਵੇਖਦੇ ਰਹਿੰਦੇ ਹਨ। ਆਣੀਆਂ ਨੂੰ ਪ੍ਰੇਮ ਨੂੰ ਵੇਖ ਕੇ ਯਾਦ ਆਉਂਦਾ ਹੈ, ਉਹ ਮੈਂ ਆ ਜੋਇਆ। ਅਨਿਲ ਪ੍ਰੇਮ ਵੱਲ ਵੇਖਦਾ ਹੈ। ਆਣੀਆਂ ਤੇ ਪ੍ਰੇਮ ਇੱਕ ਦੂਜੇ ਨੂੰ ਵੇਖਦੇ ਰਹਿੰਦੇ ਹਨ। ਮਾਨਵੀ ਹੱਥ ਫੜ ਕੇ ਖਿੱਚਦੀ ਹੈ, ਚੱਲ ਪਤਾ ਨਹੀਂ ਲੱਭਣ ਕੀ ਲੱਗ ਪੈਂਦੀ ਹੈ ਉਹਦੇ 'ਚ, ਖਿੱਚ ਕੇ ਲੈ ਜਾਂਦੀ ਹੈ। ਪ੍ਰੇਮ ਉਸ ਨੂੰ ਜਾਂਦੇ ਵੇਖਦਾ ਰਹਿੰਦਾ ਹੈ।
ਅਨਿਲ ਮੁਸਕਰਾਉਂਦਾ ਹੋਇਆ ਪ੍ਰੇਮ ਕੋਲੋਂ ਚਲਾ ਜਾਂਦਾ ਹੈ। ਪ੍ਰੇਮ ਜਾਣ ਲਈ ਪਿੱਛੇ ਮੁੜਦਾ ਹੈ, ਮਹਿਸੂਸ ਕਰਦਾ ਹੈ ਕਿ ਉਸਦੇ ਪੈਰਾਂ ਥੱਲੇ ਕੁਝ ਹੈ। ਨੀਚੇ ਵੇਖਦਾ ਹੈ ਤੇ ਹੈਰਾਨ ਹੋ ਜਾਂਦਾ ਹੈ। ਉਸਦੇ ਆਸੇ ਪਾਸੇ ਬਹੁਤ ਸਾਰੇ ਗਾਰਡਨੀਆਂ ਦੇ ਫੁੱਲ ਖਿਲਰੇ ਹੁੰਦੇ ਹਨ। ਰਾਤ ਦਾ ਸਮਾਂ, ਨੰਦਨੀ ਤੇ ਗੋਵਰਧਨ ਖਾਣਾ ਖਾ ਰਹੇ ਹਨ, ਪਰ ਆਣੀਆ ਖਾਣਾ ਅੱਗੇ ਰੱਖ ਕੇ ਸੋਚਾਂ ਵਿੱਚ ਬੈਠੀ ਹੈ। ਨੰਦਨੀ, ਲਾਡੋ ਕੀ ਹੋਇਆ? ਆਣੀਆ, ਅੰਮਾ ਅੱਜ ਕਿਸੇ ਦਾ ਵਿਆਹ ਸੀ ਤੇ ਬੜੀ ਹੀ ਸੋਹਣੀ ਖਾਣੇ ਦੀ ਖੁਸ਼ਬੂ ਆਈ ਜਾਂਦੀ ਸੀ। ਮੇਰਾ ਤਾਂ ਖਾਣੇ ਦੀ ਖੁਸ਼ਬੂ ਨਾਲ ਹੀ ਢਿੱਡ ਭਰ ਗਿਆ। ਖੁਸ਼ਬੂ ਲੈਣ ਦੇ ਕਿਹੜੇ ਪੈਸੇ ਦੇਣੇ ਪੈਂਦੇ ਆ? ਨੰਦਨੀ ਤੇ ਗੋਵਰਧਨ ਇੱਕ ਦੂਜੇ ਵੱਲ ਵੇਖਦੇ ਹਨ। ਗੋਵਰਧਨ ਹੱਸਦਾ ਹੈ। ਸਾਡੀ ਲਾਡੋ ਦਾ ਪਿਛਲੇ ਜਨਮ 'ਚ ਕੋਈ ਬਹੁਤ ਅਮੀਰ ਰਾਜਕੁਮਾਰੀ ਹੋਣੀ ਆ। ਇਹਨੂੰ ਐਸ਼ੋ ਆਰਾਮ ਦੀ ਭੁੱਖ ਰਹਿੰਦੀ ਆ। ਇਹਦਾ ਇਸ ਗਰੀਬ ਖਾਨੇ 'ਚ ਤਾਂ ਜੀ ਨਹੀਂ ਲੱਗਦਾ। ਹੱਸਦਾ ਹੋਇਆ ਬਾਹਰ ਨਦੀ 'ਤੇ ਹੱਥ ਧੋਣ ਚਲਾ ਜਾਂਦਾ ਹੈ। ਨੰਦਨੀ ਮੁਸਕਰਾਉਂਦੀ ਹੈ, ਲਾਡੋ ਇੰਨਾ ਵਧੀਆ ਖਾਣਾ ਸਾਡੇ ਗਰੀਬਾਂ ਲਈ ਨਹੀਂ ਹੁੰਦਾ। ਨਾਲੇ ਆਪਾਂ ਤਾਂ ਢਿੱਡ ਭਰਨਾ ਹੁੰਦਾ, ਜਿਵੇਂ ਦਾ ਮਿਲੇ ਖਾ ਲਈਦਾ। ਆਣੀਆ ਭੋਲੇਪਣ ਨਾਲ ਪੁੱਛਦੀ ਹੈ, ਅੰਮਾ ਅੱਜ ਕਿਸੇ ਦਾ ਵਿਆਹ ਵੀ ਸੀ, ਉੱਥੇ ਮੇਰਾ ਵਿਆਹ ਕਦੋਂ ਹੋਊਗਾ? ਨੰਦਨੀ ਉੱਚੀ ਉੱਚੀ ਹੱਸਦੀ ਹੈ। ਚੱਲ ਹਟ, ਕੁੜੀਆਂ ਆਪਦੇ ਵਿਆਹ ਦੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਲਾਡੋ। ਆਣੀਆ, ਮੇਰਾ ਕਦੋਂ ਹੋਊਗਾ ਅੰਮਾ? ਨੰਦਨੀ ਉਦਾਸ ਹੋ ਜਾਂਦੀ ਹੈ। ਸਾਡੇ ਗਰੀਬਾਂ ਦੇ ਕਾਹਦੇ ਵਿਆਹ? ਵਿਆਹ ਤਾਂ ਅਮੀਰਾਂ ਦੇ ਹੁੰਦੇ ਆ ਮੇਰੀ ਲਾਡੋ। ਆਣੀਆ ਨੰਦਨੀ ਵੱਲ ਵੇਖਦੀ ਰਹਿੰਦੀ ਹੈ। ਗੋਵਰਧਨ ਪਿੱਛੇ ਖੜਾ ਸਭ ਕੁਝ ਸੁਣ ਲੈਂਦਾ ਹੈ ਤੇ ਉਦਾਸ ਹੋ ਕੇ ਨੰਦਨੀ ਵੱਲ ਵੇਖਦਾ ਹੈ। ਬਾਕੀ ਅਗਲੇ ਭਾਗ ਦੇ ਵਿੱਚ। ਹੱਸਦੇ ਰਹੋ, ਵਸਦੇ ਰਹੋ, ਖਿਆਲ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ।